ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। नमस्कार, सांझ टीवी देख रहे सारे दर्शकों का स्वागत है। मैं रूप लेके हाजिर है। आज ਦੀਆਂ ਖਬਰਾਂ ਹੁਣ ਖਬਰਾਂ ਵਿਸਥਾਰ ਨਾਲ। केरला च कोरोना वायरस के 6 नवे मामले सामने आए हैं। केरला के मुख्य मंत्री ने पत्रकारों ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਭਾਵਿਤ ਲੋਕਾਂ 'ਚ 3 ਲੋਕ ਇਟਲੀ ਤੋਂ ਆਏ ਸਨ ਅਤੇ ਹੋਰ 8 ਲੋਕ ਉਹਨਾਂ ਦੇ ਸੰਪਰਕ ਵਿੱਚ ਆਏ ਸਨ। ਇਸ ਤੋਂ ਬਾਅਦ ਭਾਰਤ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 53 ਹੋ ਚੁੱਕੀ ਹੈ। कोरोना वायरस का कहर रुकण का नाम नहीं ले रहा है। भारत विच कोरोना वायरस नाल पीड़ित लोगों की गिनती वधदी जा रही है। हुण केरला विच कोरोना वायरस के 6 नवे मामले सामने आए हैं। इस तरह भारत विच कोरोना के मामलों की गिनती 47 तो वध के 53 हो गई है। केरल के मुख्य मंत्री विजय ने कैबिनेट की एक विशेष बैठक तो बाद पत्रकारों ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪ੍ਰਭਾਵਿਤ ਲੋਕਾਂ 'ਚ 3 ਲੋਕ ਇਟਲੀ ਤੋਂ ਆਏ ਸਨ ਅਤੇ ਹੋਰ 8 ਲੋਕ ਉਹਨਾਂ ਦੇ ਸੰਪਰਕ ਵਿੱਚ ਆਏ ਸਨ। ਕੋਚੀ 'ਚ ਯੂਰਪੀ ਦੇਸ਼ ਤੋਂ ਆਪਣੇ ਮਾਤਾ-ਪਿਤਾ ਨਾਲ ਵਾਪਸ ਪਰਤੇ 3 ਸਾਲ ਦੇ ਇੱਕ ਬੱਚੇ ਨੂੰ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ। ਉਹਨਾਂ ਕਿਹਾ ਕਿ ਸੂਬੇ 'ਚ ਕੁੱਲ 1116 ਲੋਕਾਂ ਨੂੰ ਨਿਗਰਾਨੀ ਵਿੱਚ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਕਰਨਾਟਕ ਵਿੱਚ ਕੋਰੋਨਾ ਦੇ 3 ਮਾਮਲੇ ਸਾਹਮਣੇ ਆਏ ਹਨ। पुणे विच कोरोना नाल जुड़िया महाराष्ट्र का पहला मामला सामने आया है। इस विच पति पत्नी कोरोना वायरस नाल पीड़ित दसे जा रहे हैं। ये दोवें मरीज 1 जनवरी ਨੂੰ दुबई तो पुणे परते सन। दसणयोग है कि कोरोना वायरस 102 देशों विच दस्तक दे चुका है। इस वायरस कारण करीब 4000 लोगों की मौत हो चुकी है ਅਤੇ 1 ਲੱਖ ਤੋਂ ਵਧੇਰੇ ਲੋਕ ਵਾਇਰਸ ਦੀ ਲਪੇਟ ਵਿੱਚ ਹਨ। ਨੂਰ ਮਹਿਲ ਦੇ ਪਿੰਡ ਤਲਬਣ ਤੋਂ ਹਵਸ ਤੇ ਅੰਨੇ ਵਿਅਕਤੀ ਵੱਲੋਂ ਇੱਕ 13 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਕਰ ਉਸ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਲੜਕੀ ਸ਼ਾਮ ਵੇਲੇ ਘਰੋਂ ਕੁਝ ਲੈਣ ਲਈ ਗਈ ਸੀ ਅਤੇ ਵਾਪਸ ਨਹੀਂ ਪਰਤੀ ਅਤੇ ਹੁਣ ਉਸ ਦੀ ਲਾਸ਼ ਖੇਤਾਂ 'ਚੋਂ ਬਰਾਮਦ ਹੋਈ। ਫਿਲਹਾਲ ਪੁਲਿਸ ਵੱਲੋਂ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹਲਕਾ ਨੂਰ ਮਹਿਲ ਦੇ ਨੇੜਲੇ ਪਿੰਡ ਤਲਬਣ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ 13 ਸਾਲਾਂ ਦੀ ਮਾਸੂਮ ਬੱਚੀ ਨਾਲ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਬੋਲ ਵੀ ਨਹੀਂ ਸਕਦੀ ਸੀ। ਮ੍ਰਿਤਕਾ ਮੋਨਿਕਾ ਦੇ ਪਿਤਾ ਅਨੁਸਾਰ ਮੋਨਿਕਾ ਸ਼ਾਮ 7:30 ਵਜੇ ਦੇ ਕਰੀਬ ਘਰੋਂ ਚੌਂਕ ਲਈ ਗਈ ਸੀ, ਜਿਸ ਤੋਂ ਬਾਅਦ ਉਹ ਵਾਪਸ ਨਹੀਂ ਮੁੜੀ ਅਤੇ ਹੁਣ ਉਸ ਦੀ ਲਾਸ਼ ਖੇਤਾਂ 'ਚੋਂ ਇਸ ਹਾਲਤ ਵਿੱਚ ਮਿਲੀ ਹੈ। ਇਸ ਘਟਨਾ ਦਾ ਪਤਾ ਲੱਗਦੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਲੋਕਾਂ 'ਚ ਆਰੋਪੀਆਂ ਖਿਲਾਫ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਮੇਰੀ ਗੁੱਡੀ ਸੀ। ਹਾਂਜੀ। ਅੱਛਾ, ਕੀ ਨਾਂ ਕਿਸੇ ਦਾ? ਮੋਨਕਾ। ਤੇ ਜਿਹੜੀ ਬਾਡੀ ਪਈ ਹੈ ਤੁਹਾਨੂੰ ਕਿੰਨੇ ਵਜੇ ਪਤਾ ਲੱਗਾ ਤੁਹਾਨੂੰ? ਸਾਨੂੰ ਤਾਂ ਸਵੇਰੇ ਲੱਗਾ ਜਾ ਕੇ 9 ਵਜੇ ਗਏ। 9 ਵਜੇ ਪਤਾ ਲੱਗਾ। ਤੇ ਰਾਤ ਤੁਹਾਡੇ ਕੋਲ ਹੀ ਘਰੇ ਸੀਗੇ ਜਾਂ ਕਿੱਦਾਂ? ਨਹੀਂ ਇਹ ਜਾਣੀ ਕਿ 7:30 ਵਜੇ ਘਰੋਂ ਨਾ ਟਿੱਕੀਆਂ ਖਾਣ ਚਲ ਗਈ ਨਾ। ਅੱਗੇ ਵੀ ਚਲ ਜਾਂਦੀ ਆ, ਅੱਗੇ ਵੀ ਜਾਂਦੀ ਚੌਂਕ 'ਚ। ਚੌਂਕ 'ਚੋਂ ਮੁੜ ਕੇ ਨਹੀਂ ਲੱਭੀ ਸੀ। ਮੁੜ ਕੇ ਹਾਂਜੀ, ਸਾਰੀ ਰਾਤ ਲੱਭਦੇ ਰਹੇ ਸੀ। ਪਤਾ ਲੱਗਾ ਕਿ ਸੌਂਦੇ ਵੀ ਨਹੀਂ ਸੀਗੇ ਜਾਂ ਸੌਂਦੀ ਤਾਂ ਘੱਟ ਸੀ, ਸੌਂਦੀ ਤਾਂ ਸਹੀ ਸੀ। ਅੱਛਾ। ਆਹੋ, ਇਹਨੂੰ ਸਹੀ ਸੀ ਉਦਾਂ। ਪੜ੍ਹਦੀ ਬੋਲਦੀ ਨਹੀਂ ਸੀ, ਸੁਣਦਾ ਘੱਟ ਸੀਗਾ। ਬਾਕੀ ਲਿਖਦੀ ਸੀ, ਪੜ੍ਹਦੀ ਸੀ। ਹਾਂ, 6ਵੀਂ 'ਚ ਪੜ੍ਹਦੀ ਸੀ। ਕਿੰਨੀ ਉਮਰ ਕਿੰਨੀ ਸੀ? ਉਮਰ 13ਵਾਂ ਸਾਲ ਲੱਗਾ ਸੀ ਹੁਣ। ਤੁਹਾਨੂੰ ਕੋਈ ਕਿਸੇ ਦੇ ਉੱਤੇ ਡਾਊਟ ਜਾਂ ਸ਼ੱਕ ਇਦਾਂ ਹੁਣ ਕਿਹਨੂੰ ਕਹਿ ਦਈਏ, ਦੇਖਣਾ ਤਾਂ ਬਣੀ ਆ ਕਿ ਨਾ ਫਰਕ ਹੀ ਨਹੀਂ ਹੈਗਾ। ਹਲਤਾ ਆਇਆ ਤੇ ਤੁਸੀਂ ਪੁਲਿਸ ਨੂੰ ਦੱਸਿਆ ਫਿਰ? ਆ ਪੁਲਿਸ ਵਿੱਚ ਮੈਂ ਸਰਪੰਚ ਕੋ ਗਏ, ਉਹ ਕਹਿੰਦਾ ਵੀ ਕੋਈ ਨਹੀਂ। ਸਰਪੰਚ ਕਹਿੰਦਾ ਮੈਂ ਪੁਲਿਸ ਨੂੰ ਕਰਨੀ ਆ। ਫਿਰ ਜਾਨੂੰ ਹੀ ਨਹੀਂ, ਫਿਰ ਫੋਨ ਕੀਤੇ। ਮੈਂ ਤਾਂ ਫਿਰ ਘਰ ਨੂੰ ਚਲ ਗਿਆ, ਦੇਖ ਨਹੀਂ ਹੋਈ ਤੇ ਫਿਰ ਪੁਲਿਸ ਜਾਣੀ ਮੰਗਾ ਲਈ। ਕਿੰਨੇ ਕੁ ਵਜੇ ਪਤਾ ਲੱਗਾ ਇਸ ਬਾਰੇ? 9 ਵਜੇ ਲੱਗਾ, ਜਦੋਂ ਉਧਰੋਂ ਆਏ। ਇਧਰੋਂ ਮੁੰਡੇ ਉਹ ਛੰਬੇ ਹੋਣੀ ਇੱਧਰੋਂ ਦੇਖਣ ਆਏ। ਉਹ ਮੋਟਰ ਵਾਲੇ ਵੀ ਸਾਰੇ ਵਿਚਾਰੇ ਕਰਦੇ ਬਹੁਤ ਉਹ ਵੀ ਇਹਨਾਂ ਦਾ। ਸਾਰੇ ਸੀਗੇ। ਆਹੋ, ਸਾਰਾ ਪਿੰਡ ਹੀ ਇਹਦਾ ਲੱਭਦਾ ਸੀ। ਕਿੰਨੀ ਦੇਰ ਤੋਂ ਗਾਇਬ ਸੀ ਇਹ ਰਾਤੀ 7 ਵਜੇ 7:30 ਹੋਈ ਆ, ਪੌਣੇ 8 ਵਜੇ ਦੇ ਵਿੱਚ। ਇਸ ਘਟਨਾ ਦਾ ਪਤਾ ਚੱਲਦੇ ਹੀ ਐਸਪੀਡੀ ਸਰਬਜੀਤ ਬਾਹੀਆ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਥਾਣਾ ਬਿਲਕਾ 'ਚ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਔਰ ਸਵੇਰੇ ਇਹਨਾਂ ਨੇ ਸਾਨੂੰ ਦੱਸਿਆ, ਐਸਐਚਓ ਸਾਹਿਬ ਮਿਲ ਗਏ ਨੂੰ, ਵੀ ਜਿਹੜੀ ਲੜਕੀ ਆ ਕਰੀਬ ਉਮਰ ਹੈਗੀ ਕੋਈ 13 ਸਾਲ ਦੇ ਕਰੀਬ ਹੈਗੀ, 13-14 ਸਾਲ ਦੇ, ਵੀ ਉਹਦੀ ਡੈਥ ਹੋ ਗਈ ਆ। ਉਸ ਸੰਬੰਧੀ ਅਸੀਂ ਮੌਕੇ 'ਤੇ ਪਹੁੰਚੇ ਹਾਂ ਔਰ ਐਜ਼ ਪਰ ਲਾ ਜਿਹੜੀ ਕਾਰਵਾਈ ਬਣਦੀ ਅਸੀਂ ਬਹੁਤ ਜਲਦੀ ਹੀ ਟਰੇਸ ਕਰਾਂਗੇ। ਵੀ ਬੱਚੀ ਛੋਟੀ ਆ ਜਿਹੜੀ ਸਾਡੇ ਵੀ ਮਨ ਨੂੰ ਬਹੁਤ ਠੇਸ ਪਹੁੰਚੀ ਹੈ ਔਰ ਉਹਦਾ ਮਰਡਰ ਹੋਇਆ। ਉਹਦੇ ਜਿਹੜੇ
ਜੋ ਇਹਨਾਂ ਦੇ ਦੱਸਣ ਮੁਤਾਬਕ ਹਾਲੇ ਨੰਗੀ ਅੱਖ ਨਾਲ ਨਹੀਂ, ਡਾਕਟਰਸ ਦੇ ਰਿਪੋਰਟ ਤੇ 376 ਦਾ ਜੋ ਵੀ FER ਹੈਗੀ ਹੈ, ਔਰ ਸਾਰੀਆਂ ਹੀ ਜਿੰਨੀਆਂ ਵੀ ਲਾਅ ਮੁਤਾਬਕ ਅਫੈਂਸਿਸ ਬਣਦੀਆਂ ਸਾਰੀਆਂ ਕਰਾਂਗੇ ਔਰ ਜਲਦੀ ਤੋਂ ਜਲਦੀ ਇਹਨੂੰ ਅਸੀਂ ਟ੍ਰੇਸ ਕਰਾਂਗੇ। ਜਲਾਲਾਬਾਦ ਵਿਖੇ ਇੱਕ ਮਹਿਲਾ 2 ਵਕਤ ਦੀ ਰੋਟੀ ਲਈ ਭੀਖ ਮੰਗਣ ਲਈ ਮਜਬੂਰ ਹੈ। ਪੀੜਤ ਮਹਿਲਾ ਦੇ ਪਤੀ ਦੀ ਨਸ਼ੇ ਕਾਰਨ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਉਸ ਦਾ ਬੇਟਾ ਵੀ ਨਸ਼ੇ ਦਾ ਆਦੀ ਹੋ ਚੁੱਕਾ ਹੈ। ਇਸ ਲਈ ਹੁਣ ਉਸ ਨੂੰ ਘਰ ਦਾ ਗੁਜ਼ਾਰਾ ਕਰਨ ਲਈ ਮਜਬੂਰਨ ਭੀਖ ਮੰਗਣੀ ਪੈ ਰਹੀ ਹੈ। ਕਹਿੰਦੇ ਨੇ ਕਿ ਸਮਾਂ ਕਈ ਵਾਰ ਜ਼ਿੰਦਗੀ ਤੇ ਇੰਨਾ ਭਾਰੀ ਪੈ ਜਾਂਦਾ ਹੈ ਕਿ ਇਨਸਾਨ ਲਈ 2 ਵਕਤ ਦੀ ਰੋਟੀ ਖਾਣੀ ਵੀ ਮੁਸ਼ਕਿਲ ਹੋ ਜਾਂਦੀ ਹੈ। ਅਜਿਹੀ ਸਥਿਤੀ ਨਾਲ ਜੂਝ ਰਹੀ ਹੈ ਜਲਾਲਾਬਾਦ ਦੇ ਪਿੰਡ ਦੀ ਮਹਿਲਾ ਮਾਲਾ ਬਾਈ, ਜਿਸ ਨੂੰ 2 ਵਕਤ ਦੀ ਰੋਟੀ ਲਈ ਭੀਖ ਮੰਗਣੀ ਪੈ ਰਹੀ ਹੈ ਅਤੇ ਪੈਸੇ ਜੋੜ ਕੇ 15 ਦਿਨ ਜਾਂ ਫਿਰ 1 ਮਹੀਨੇ ਦਾ ਗੁਜ਼ਾਰਾ ਚਲਾ ਰਹੀ ਹੈ। ਜੇਕਰ ਤੁਸੀਂ ਮਾਲਾ ਬਾਈ ਦੀ ਕਹਾਣੀ ਸੁਣੋਗੇ ਤਾਂ ਤੁਹਾਡਾ ਦਿਲ ਪੂਰੀ ਤਰ੍ਹਾਂ ਨਾਲ ਪਸੀਜ ਜਾਵੇਗਾ। ਦਰਅਸਲ ਮਾਲਾ ਬਾਈ ਕੋਲ 3 ਏਕੜ ਜ਼ਮੀਨ ਸੀ। ਉਸ ਦਾ ਪਤੀ ਸ਼ਰਾਬੀ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਸ਼ਰਾਬ ਕਾਰਨ ਉਸਨੇ ਸਾਰੀ ਜ਼ਮੀਨ ਵੇਚ ਦਿੱਤੀ। ਪਤੀ ਤੋਂ ਬਾਅਦ ਉਸ ਦਾ ਬੇਟਾ ਹੀ ਉਸ ਦਾ ਇਕਮਾਤਰ ਸਹਾਰਾ ਸੀ, ਪਰ ਉਸ ਦੇ ਬੇਟੇ ਨੇ ਵੀ ਨਸ਼ੇ 'ਚ ਫਸ ਉਸ ਦੀ ਬਾਤ ਨਾ ਪੁੱਛੀ। ਉਸ ਦਾ ਬੇਟਾ ਸ਼ਾਦੀशुदा ਹੈ ਅਤੇ ਜੋ ਵੀ ਕਮਾਉਂਦਾ ਹੈ ਨਸ਼ੇ 'ਚ ਹੀ ਉਡਾ ਦਿੰਦਾ ਹੈ। ਉਸਨੇ ਦੱਸਿਆ ਹੈ ਕਿ ਉਹ ਲੋਕਾਂ ਦੇ ਖੇਤਾਂ ਵਿੱਚ ਜਾ ਕੇ ਮਿਹਨਤ ਮਜ਼ਦੂਰੀ ਕਰਦੀ ਸੀ ਅਤੇ ਘਰ ਲਈ ਰੋਜ਼ੀ ਰੋਟੀ ਦਾ ਪ੍ਰਬੰਧ ਕਰਦੀ ਸੀ, ਪਰ ਹੁਣ ਉਹ ਬੁੱਢੀ ਹੋ ਚੁੱਕੀ ਹੈ ਅਤੇ ਮਿਹਨਤ ਮਜ਼ਦੂਰੀ ਨਹੀਂ ਕਰ ਸਕਦੀ। ਇਸ ਲਈ ਮਜਬੂਰੀ ਬਸ ਉਸਨੇ ਇਹ ਰਸਤਾ ਚੁਣਿਆ ਹੈ। ਉਹ ਹੁਣ 15 ਦਿਨ ਜਾਂ ਫਿਰ 1 ਮਹੀਨੇ ਬਾਅਦ 1 ਵਾਰ ਮੰਗਦੀ ਹੈ ਅਤੇ ਆਪਣਾ ਪੇਟ ਭਰਦੀ ਹੈ। ਪਿੰਡ ਦੇ ਸਰਪੰਚ ਵੱਲੋਂ ਸਰਕਾਰ ਤੱਕ ਉਸਦੀ ਆਵਾਜ਼ ਪਹੁੰਚਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਹ ਤਸਵੀਰਾਂ ਸਮਾਜ ਵਿੱਚ ਇੱਕ ਮਾਂ ਦੀ ਦਸ਼ਾ ਬਾਰੇ ਸੋਚਣ ਤੇ ਮਜਬੂਰ ਕਰ ਰਹੀਆਂ ਹਨ। ਇੱਥੇ ਰਹਿੰਦੀਆਂ ਹੋ ਗਏ 50 ਹਾਲ 60 ਹਾਲ 70 ਗਿਆਨ ਲੋ ਉਮਰ ਪੁੱਤਰ 70 ਹਾਲ ਦੀਆਂ ਇੱਥੇ ਰਹਿੰਦੇ ਜਾਂ ਆਪਣਾ ਮਕਾਨ ਹੈ ਤੇ ਪੁੱਤਰ ਮੁੰਡਾ ਨਹੀਂ ਖਵਾਉਂਦਾ, ਉਹ ਮੰਗਣ ਜਾਂਦੇ ਮੰਗ ਤੇ ਖਾਂਦੇ। ਮੁੰਡਾ ਕਿਉਂ ਨਹੀਂ ਖਵਾਉਂਦਾ? ਪੁੱਤਰ ਨਸ਼ੇ ਖਾਂਦਾ, ਹੁਣ ਦਵਾਈ ਖਾਣ ਜਾਂਦਾ ਹਰਕਾਰੀ, ਹੁਣ ਅਜੇ ਵੀ ਕੰਮ ਨਹੀਂ ਕਰਦਾ, ਅਜੇ ਵਿਹਲਾ ਟੁਰਾ ਫਿਰ ਉਸ ਖਾ ਲਈ ਦਵਾਈ ਤੇ ਬਾਹਰ ਟੁਰਾ ਫਿਰਾ ਤੇ ਕੰਮ ਨਹੀਂ ਉਹਨੇ ਕਰਨਾ। ਕੀ ਮੰਗਦੇ ਹੋ ਤੁਸੀਂ? ਪੁੱਤਰ ਮੈਂ ਪੈਸਾ ਕੋਈ ਦੇਵੇ, ਆਟਾ ਦੇਵੇ, ਚਾਵਲ ਦੇਵੇ, ਕਿਹੜਾ ਕੁਛ ਮਰਜ਼ੀ ਪੁੱਤਰ ਦੇਵੇ ਕੋਈ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਕਿ ਸਰਕਾਰੀ ਸੁਵਿਧਾ ਦੀ ਮੰਗ ਕਰਦੇ ਹੋ ਕਿ ਪੁੱਤਰ ਸਰਕਾਰ ਤੁਹਾਡੀ ਹਰਕਾਰ ਮਦਦ ਕਰੇ? ਦੇਵੇ ਤਾਂ ਉਹਨਾਂ ਦੀ ਮਿਹਰਬਾਨੀ। ਪਿੰਡ 'ਚ ਕੋਈ ਨਹੀਂ ਆਇਆ ਤੁਹਾਡੀ ਮਦਦ ਕਰਨ? ਨਾ ਕੋਈ ਨਹੀਂ ਆ ਸਾਡੀ ਮਤ ਪੁੱਤਰ ਕਿਸੇ ਨੇ ਕੀਤੀ। ਇਹ ਹਾਲਾਤ ਕਦੋਂ ਤੋਂ ਨੇ? ਕਿੰਨੀ ਦੇਰ ਹੋ ਗਈ? ਇਹ ਪੁੱਤਰ ਬੁੱਢਾ ਮੁੱਕ ਗਿਆ ਤਾਂ ਉਹਨਾਂ ਦੇ ਗੱਲ ਇਹ ਜੀ ਹੈ ਤਾਂ ਗਰੀਬ ਨੇ, ਇਹਦੇ ਘਰ ਵਾਲਾ ਮੁੱਕ ਗਿਆ ਹੈ। ਉਦੋਂ ਬਾਅਦ ਇਹਨੂੰ ਦਰੰਗ ਹੋ ਗਈ, ਦਰੰਗ ਦੇ ਵਿੱਚ ਮੰਗ ਮੁਕਤਿਆਂ ਦਾ ਗੁਜ਼ਾਰਾ ਕਰਦੇ ਨੇ। ਜ਼ਮੀਨ ਇਹਨਾਂ ਕੋਲ ਹੈਗੀ ਸੀ, ਉਹਨੇ ਜ਼ਮੀਨ ਵੇਚ ਦਿੱਤੀ। ਮੁੰਡਾ ਇਹਦਾ ਅੰਬਲੀ ਏ, ਉਹ ਆਦਾ ਹੀ ਢਿੱਡ ਪੂਰਾ ਕਰਦਾ, ਇਹਨੂੰ ਨਹੀਂ ਖਵਾਉਂਦਾ। ਇਹ ਮੰਗ ਮੁਕਤ ਗੁਜ਼ਾਰਾ ਕਰਦੀ। ਤਾਂ ਹੁਣ ਤੁਹਾਡੇ ਵੱਲੋਂ ਕੋਈ ਹੈਲਪ ਕੀਤੀ ਜਾਏਗੀ? ਸਾਡੇ ਵੱਲੋਂ ਤਾਂ ਜਿੰਨੀ ਹੋਈ ਅਸੀਂ ਤਾਂ ਕਰਾਂਗੇ, ਪਰ ਅਸੀਂ ਤਾਂ ਸਰਕਾਰ ਕੋਲ ਮੰਗ ਤੇ ਲੈਣੀ। ਹੁਣ ਸਾਡੇ ਕੋਲ ਅਸੀਂ ਕਿਵੇਂ, ਗਰੀਬ ਤਾਂ ਇਸ ਤਰ੍ਹਾਂ ਮੁੜ ਸਹੇ ਲੋਕ ਨੇ, ਨਹੀਂ ਸਾਰਾ ਦਿਨ ਨਹੀਂ। ਆਵਾਜ਼ ਸਰਕਾਰ ਤੱਕ ਤਾਂ ਪਹੁੰਚਾ ਸਕਦੇ ਹੋ? ਹਾਂ ਉਹ ਪਹੁੰਚਾ ਸਕਣਾ, ਉਹ ਤਾਂ ਪਹੁੰਚਾ ਦਿਆਂਗੇ। ਹਾਲਾਤ ਤੁਹਾਡੇ ਸਾਹਮਣੇ ਨੇ ਕਿਸ ਤਰ੍ਹਾਂ ਹਾਂ ਦੇ? ਠੀਕ ਨੇ, ਹਾਲਾਤ ਤਾਂ ਮਾੜੇ ਨੇ, ਦਿਸਦੇ ਹੀ ਪਏ ਆ। ਤੇ ਨਸ਼ੇ ਨੂੰ ਰੋਕਣ ਵਾਸਤੇ ਕਰ ਰਹੇ ਹੋ ਸਟੈਪ? ਨਹੀਂ ਇਹ ਹੁਣ ਦੱਸਦੇ ਨੇ ਵੀ ਇਹਨੇ ਕਾਰਡ ਕਰੇ ਬਣ ਗਿਆ ਤਾਂ ਸਰਕਾਰੀ ਬਣਿਆ ਕੁੜੀਓ। ਹਾਂ ਕਾਰਡ ਬਣਿਆ, ਉੱਥੇ ਗੋਲੀਆਂ ਗਲੀ ਮਿਲਦੀਆਂ ਨੇ। ਹੋਲੇ ਮਹੱਲੇ ਨੂੰ ਮੁੱਖ ਰੱਖਦੇ ਰੂਪਨਗਰ ਪ੍ਰਸ਼ਾਸਨ ਵੱਲੋਂ ਸੰਗਤਾਂ ਲਈ ਕੀਤੇ ਗਏ ਪੁਖਤਾ ਦਾਅਵਿਆਂ ਦੀ ਪੋਲ ਖੋਲ ਰਹੀਆਂ ਹਨ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਣ ਵਾਲੀਆਂ ਸੜਕਾਂ, ਜਿਨ੍ਹਾਂ ਤੇ ਪਏ ਟੋਇਆਂ ਕਾਰਨ ਸੰਗਤਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੂਪਨਗਰ ਪ੍ਰਸ਼ਾਸਨ ਵੱਲੋਂ ਭਾਵੇਂ ਕਿ ਹੋਲੇ ਮਹੱਲੇ ਨੂੰ ਲੈ ਕੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਸਰਕਾਰ ਵੱਲੋਂ ਵੱਡੇ ਦਾਅਵੇ ਵੀ ਕੀਤੇ ਜਾ ਰਹੇ ਹਨ ਕਿ ਹੋਲੇ ਮਹੱਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਪਰ ਇਹਨਾਂ ਤਿਆਰੀਆਂ ਦੀ ਹਵਾ ਉਸ ਸਮੇਂ ਨਿਕਲੀ ਜਦੋਂ ਹੋਲੇ ਮਹੱਲੇ ਦੀ ਜਾਣ ਵਾਲੀ ਸੰਗਤ ਰਸਤੇ ਵਿੱਚ ਸੜਕਾਂ ਤੇ ਪਏ ਡੂੰਘੇ ਟੋਇਆਂ ਤੋਂ ਹੋ ਕੇ ਨਿਕਲਣ ਲਈ ਮਜਬੂਰ ਦਿਖਾਈ ਦਿੱਤੀ, ਜਿਸ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਰੋਸ ਵੀ ਦੇਖਣ ਨੂੰ ਮਿਲਿਆ ਅਤੇ ਸੰਗਤਾਂ ਨੇ ਸਾਡੇ ਚੈਨਲ ਨਾਲ ਗੱਲ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰਾਂ ਸਿਰਫ ਦਫ਼ਤਰਾਂ ਵਿੱਚ ਬੈਠ ਕੇ ਹੀ ਗੱਲਾਂ ਕਰਦੇ ਹਨ, ਜ਼ਮੀਨੀ ਹਕੀਕਤ ਤਾਂ ਕੁਝ ਹੋ ਰਹੀ ਹੁੰਦੀ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹਨਾਂ ਸੜਕਾਂ ਦੀ ਹਾਲਤ ਤਰਸਯੋਗ ਹੀ ਬਣੀ ਹੋਈ ਹੈ, ਜਿਸ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਬੰਗਾ ਰੋਡ, ਸ਼੍ਰੀ ਅਨੰਦਪੁਰ ਸਾਹਿਬ ਤੋਂ ਨੂਰਪੁਰ ਬੇਦੀ ਮਾਰਗ, ਘਨੌਲੀ ਤੋਂ ਬੱਦੀ ਮਾਰਗ ਅਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ ਮਾਰਗ ਤੇ ਸੜਕਾਂ ਵਿੱਚ ਥਾਂ-ਥਾਂ ਡੂੰਘੇ ਟੋਏ ਪਏ ਹੋਏ ਹਨ। ਅਸੀਂ ਭਰ ਰਹੇ ਯਾਤਰਾ ਚੱਲਦੀ ਹੋਲਾ ਮਹੱਲਾ ਜੀ। ਲੋਕਾਂ ਦੇ ਇੱਧਰ ਮੋਟਰਸਾਈਕਲ ਵਾਲੇ, ਖੱਡੇ ਵਾਲੇ, ਗੱਡੀ ਵਾਲੇ, ਕਈ ਮੋਟਰਸਾਈਕਲ ਵਾਲੇ ਗਿਰ ਗਏ, ਸੱਟਾਂ ਵੀ ਲੱਗੀਆਂ ਉਰੇ ਜੀ। ਆ ਖੱਡਾ ਬਹੁਤ ਭਾਰੀ ਸੀਗਾ ਜੀ, ਇਹਦੇ ਕਰਕੇ ਜੀ ਖੱਡਾ ਭਰਨ ਲੱਗਿਆ ਜੀ। ਪਿੰਡ ਵਾਲੇ ਸੁਖਰਾਮਪੁਰ ਦੇ ਸਾਰੇ ਇਕੱਠੇ ਹੋ ਗਏ ਜੀ, ਇੱਕ ਉਪਰਾਲਾ ਕਰਨ ਲੱਗਿਆ ਜੀ। ਸਰਕਾਰਾਂ ਨੂੰ ਕੀ ਮੰਗ ਕਰ ਰਹੇ ਜੀ? ਸਰਕਾਰਾਂ ਬੜੇ
ਸਰਕਾਰਾਂ ਦਾਅਵੇ ਕਰਦੇ ਜੀ ਪਰ ਕੰਮ ਨਹੀਂ ਕਰਦੇ ਜੀ ਉਹ। ਇਹ ਕਾਫੀ ਲੋਕ ਇਹ ਸਾਰ ਮੈਂ ਕਹਿੰਦਾ ਖੱਡਾ ਪਈ ਜਾਂਦਾ, ਭਰਦੇ ਨਹੀਂ ਹੈਗੇ ਜੀ। ਆ ਪਿੱਛੇ ਵੀ ਖੱਡੇ ਪੈ ਜਾਂਦੇ ਆ ਰੋਡ ਦੇ ਆਲੇ ਦੁਆਲੇ, ਸਾਰੇ ਆ ਖੱਡੇ ਪਏ ਹੋਏ ਆ ਜੀ। ਅਸੀਂ ਵੈਸੇ ਤਾਂ ਭੇਵੇ ਤੋਂ ਸੰਤ ਬਾਬਾ ਮਾਨ ਸਿੰਘ ਭੇਵੇ ਵਾਲਿਆਂ ਦੇ ਸੇਵਾਦਾਰ ਹੈ। ਅਸੀਂ ਹੋਲੇ ਮਹੱਲੇ ਤੇ ਹਰ ਸਾਲ ਲੰਗਰ ਲਾਉਂਦੇ ਆ, ਵੀ ਕੀਰਤਨ ਦਰਬਾਰ ਹੁੰਦਾ, ਪਰ ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਸੜਕਾਂ ਦੇ ਟੋਏ ਟਿੱਬੇ, ਹਰ ਆਉਣ ਵਾਲੇ ਸੰਗਤ ਨੂੰ ਪਰੇਸ਼ਾਨੀ ਹੋ ਰਹੀ ਹੈ, ਬਹੁਤ ਪਰੇਸ਼ਾਨੀ। ਇਸ ਕਰਕੇ ਸਰਕਾਰਾਂ ਕਹਿੰਦੀਆਂ ਕੁਛ ਆ, ਪਰ ਜਦੋਂ ਦੇਖੀਦਾ ਤੇ ਕਰਨ ਵਿੱਚ ਉਹ ਹੁੰਦਾ ਨਹੀਂ ਜੋ ਕਹਿੰਦੇ ਆ। ਇਸ ਵਾਸਤੇ ਸੜਕਾਂ ਦੇ ਹਾਲਾਤ ਬਹੁਤ ਖਰਾਬ ਹੈ। ਜੇ ਆਪਾਂ ਉਸ ਪਾਸੇ ਪਰ ਜਾਈਏ ਗੜ੍ਹਸ਼ੰਕਰ ਵਾਲੀ ਰੋਡ ਤੇ ਜੋ ਅਨੰਦਪੁਰ ਸਾਹਿਬ ਨੂੰ ਜਾ ਰਹੇ, ਤਾਂ ਬਹੁਤ ਬੁਰਾ ਹਾਲ ਹੈ ਸੜਕ ਦਾ। ਇਸ ਕਰਕੇ ਸੜਕਾਂ ਠੀਕ ਹੋਣੀਆਂ ਚਾਹੀਦੀਆਂ ਹੈ। ਸੰਗਤਾਂ ਬੜੀ ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ ਅਨੰਦਪੁਰ ਸਾਹਿਬ ਦੇ ਪਵਿੱਤਰ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ 'ਤੇ ਪਹੁੰਚਦੀਆਂ ਹੈ। ਸੋ ਜਦੋਂ ਸੜਕਾਂ ਨੂੰ ਵੇਖੀਦਾ, ਨੌਜਵਾਨ ਮੇਰਾ ਖਿਆਲ ਆਪਣੇ ਆਪ ਹੀ ਸੜਕ ਠੀਕ ਕਰ ਰਹੇ ਨੇ, ਪਿੰਡਾਂ ਦੇ ਨੌਜਵਾਨ ਮਿਲ ਕੇ ਆਪਣੇ ਤੌਰ 'ਤੇ। ਤੇ ਇਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ, ਜੋ ਆਪਣੇ ਤੌਰ 'ਤੇ ਇਹ ਨੌਜਵਾਨ ਸੇਵਾ ਨਿਭਾ ਰਹੇ ਨੇ ਸੜਕਾਂ ਦੀ, ਕਿ ਕਿਸੇ ਦਾ ਸੱਟ ਚੋਟ ਨਾ ਲੱਗੇ। ਨਹੀਂ, ਸੜਕਾਂ ਦੀ ਹਾਲਤ ਵੇਖ ਕਿਸੇ ਦੀ ਚੋਟ ਲੱਗ ਸਕਦੀ ਹੈ। ਆਮ ਸਕੂਟਰਾਂ ਵਾਲੇ, ਮੋਟਰਸਾਈਕਲਾਂ ਵਾਲੇ ਜਾਂਦੇ ਨੇ, ਤੇ ਮੋਟਰਸਾਈਕਲਾਂ ਦਾ ਵੀ ਕਈ ਵਾਰੀ ਗਿਰ ਕੇ ਸਿਰ 'ਚ ਚੋਟ ਲੱਗਦੀ ਹੈ, ਉਹਦੀ ਜ਼ਿੰਦਗੀ ਜਾਂਦੀ ਰਹਿੰਦੀ ਹੈ। ਇਸ ਵਾਸਤੇ ਸੜਕਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਸੜਕਾਂ ਦੀ ਹਾਲਾਤ ਠੀਕ ਕੀਤੇ ਜਾਣ। ਲੁਧਿਆਣਾ ਵਿਖੇ ਦੋ ਧਿਰਾਂ ਵਿੱਚ ਝੜਪ ਇੰਨੀ ਵੱਧ ਗਈ ਕਿ ਗੱਲ ਗੋਲੀਆਂ ਚਲਾਉਣ ਤੱਕ ਪਹੁੰਚ ਗਈ, ਜਿਸ ਦੌਰਾਨ ਗੋਲੀ ਇੱਕ ਨੌਜਵਾਨ ਦੇ ਪੇਟ ਵਿੱਚ ਜਾ ਲੱਗੀ, ਜਿਸ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲੁਧਿਆਣਾ ਦੇ ਟਿੱਬਾ ਰੋਡ ਇਲਾਕੇ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਗੁਰੂ ਅਰਜਨ ਦੇਵ ਨਗਰ ਵਿੱਚ ਗ੍ਰੀਨਲੈਂਡ ਸਕੂਲ ਨਜ਼ਦੀਕ ਦੋ ਧਿਰਾਂ ਵਿੱਚ ਟਕਰਾਅ ਹੋ ਗਿਆ ਅਤੇ ਗੋਲੀਆਂ ਤੱਕ ਚੱਲ ਗਈਆਂ। ਇਸ ਸੰਬੰਧੀ ਇਲਾਕੇ ਦੇ ਸਾਬਕਾ ਕੌਂਸਲਰ ਗੁਰਪ੍ਰੀਤ ਗੋਰਾ ਨੇ ਦੱਸਿਆ ਹੈ ਕਿ ਉਹ ਆਪਣੇ ਦਫ਼ਤਰ ਵਿੱਚ ਬੈਠੇ ਸਨ ਕਿ ਅਚਾਨਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਜਦੋਂ ਉਹਨਾਂ ਬਾਹਰ ਨਿਕਲ ਕੇ ਦੇਖਿਆ ਤਾਂ 5 ਨੌਜਵਾਨਾਂ ਦੇ ਹੱਥਾਂ 'ਚ ਹਥਿਆਰ ਫੜੇ ਹੋਏ ਸਨ। ਉਹਨਾਂ ਕਿਹਾ ਕਿ ਦੋਨਾਂ ਧਿਰਾਂ 'ਚ ਪਹਿਲਾਂ ਬਹਿਸ ਹੋਈ ਤੇ ਫਿਰ ਦੋਨਾਂ ਵਿੱਚ ਲੜਾਈ ਵੱਧ ਗਈ ਅਤੇ ਦੋਨਾਂ ਧਿਰਾਂ ਵੱਲੋਂ ਫਾਇਰਿੰਗ ਕੀਤੀ ਗਈ। ਗੁਰਪ੍ਰੀਤ ਗੋਰਾ ਐਕਸ ਕਾਉਂਸਲਰ ਨੇ ਇਸ ਵਾਰਡ ਤੋਂ, ਤੇ ਅਸੀਂ ਆਫਿਸ ਦੇ ਵਿੱਚ ਬੈਠੇ ਚਾਹ ਪੀਂਦੇ ਸੀ। ਸਾਨੂੰ ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਅਸੀਂ ਆਫਿਸ ਤੋਂ ਬਾਹਰ ਆਏ ਤਾਂ ਅਸੀਂ ਦੇਖਿਆ ਕਿ 5 ਲੜਕੇ ਸੀ ਟੋਟਲ। ਉਹ 2 ਲੜਕੇ ਮੇਰੇ ਰਾਈਟ ਸਾਈਡ ਰਿਵਾਲਵਰ ਲਹਿਰਾਉਂਦੇ ਚਲੇ ਗਏ ਤੇ 3 ਲੜਕੇ ਜਿਹੜੇ ਸੀ ਉਹ ਇਸ ਗਲੀ ਵਾਲੇ ਪਾਸੇ ਨੂੰ ਭੱਜੇ ਤੇ ਕ੍ਰਾਸ ਫਾਇਰਿੰਗ ਹੋਈ ਹੈ ਦੋਨਾਂ ਪਾਸੇ। ਤੇ ਮੇਰਾ ਖਿਆਲ ਹੈ ਵੀ ਸ਼ਾਇਦ ਇੱਕ ਬੰਦਾ ਇਹਨਾਂ ਤੋਂ ਜ਼ਖਮੀ ਵੀ ਹੋਇਆ। ਜਿਹੜੇ ਫਾਇਰ ਹੋਏ ਆ ਤੁਸੀਂ ਦੇਖਿਆ, ਆਵਾਜ਼ ਸੁਣੀ ਹੈ, ਤੁਸੀਂ ਮੌਕੇ ਤੇ ਦੇਖੇ ਭੱਜਦੇ ਹੋਏ? ਹਾਂ, ਭਾਈ ਦੇਖਿਆ ਜੀ। ਕਿੰਨੇ ਕੁ ਫਾਇਰ ਕਰ ਗਏ? ਸ਼ਾਇਦ 3 ਫਾਇਰ ਹੋਏ। ਤੇ ਮੌਕੇ ਤੇ ਪੁਲਿਸ ਪਹੁੰਚੀ ਹੈ, ਕਿਸ ਤਰ੍ਹਾਂ ਮਤਲਬ ਦੀ ਕਾਰਵਾਈ ਹੋਈ ਕਰ ਰਹੀ ਹੈ? ਪੁਲਿਸ ਮੌਕੇ ਤੇ ਪਹੁੰਚ ਕੇ ਕਾਰਵਾਈ ਕਰ ਰਹੀ ਹੈ ਜੀ। ਤੇ ਉਸ ਤੋਂ ਪਹਿਲਾਂ ਕੀ ਕਾਰਨ ਕੀ ਸੀਗਾ? ਦੇਖਿਆ ਵੀ ਕਾਰਨ ਸਰ ਅਸੀਂ ਆਫਿਸ ਦੇ ਅੰਦਰ ਪਤਾ ਨਹੀਂ, ਸਾਨੂੰ ਪਤਾ ਨਹੀਂ ਕਾਰਨ ਕੀ ਹੈ। ਪਹਿਲਾਂ ਆਪਸ ਚ ਉਹਨਾਂ ਬਹਿਸ ਕੁਸ਼ੀਆ ਹੋਇਆ, ਹੱਥੋਂ ਪਾਈ ਵੀ ਹੋਏ ਨੇ, ਉਸ ਤੋਂ ਬਾਅਦ ਕ੍ਰਾਸ ਫਾਇਰਿੰਗ ਹੋਈ ਹੈ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ। ਏਡੀਸੀਪੀ ਅਜਿੰਦਰ ਸਿੰਘ ਮੁਤਾਬਕ ਦੋਨਾਂ ਧਿਰਾਂ 'ਚ ਵਿਵਾਦ ਫਾਈਨੈਂਸ ਦੀ ਗੱਡੀ ਦੀ ਮਾਲਕੀ ਦੇ ਪੇਪਰ ਟ੍ਰਾਂਸਫਰ ਕਰਵਾਉਣ ਨੂੰ ਲੈ ਕੇ ਸੀ, ਜਿਸ ਦੇ ਚਲਦਿਆਂ ਹਨੀ ਬਨੀ ਨਾਮਕ ਨੌਜਵਾਨਾਂ ਨੇ ਨੂਰਵਾਲਾ ਰੋਡ ਤੇ ਸਤਵੀਰ ਉਰਫ ਪਿੰਦਰੀ ਬਾਬਾ ਤੇ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ 'ਚੋਂ ਇੱਕ ਗੋਲੀ ਪਿੰਦਰੀ ਦੇ ਪੇਟ ਵਿੱਚ ਲੱਗੀ, ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਟਿੱਬਾ ਰੋਡ ਦੇ ਕੋਲ ਗ੍ਰੀਨਲੈਂਡ ਗੁਰੂ ਅਰਜਨ ਦੇਵ ਨਗਰ ਗ੍ਰੀਨਲੈਂਡ ਸਕੂਲ ਦੇ ਲਾਗੇ ਇਹ 2 ਪਾਰਟੀ ਸੀ। ਇਹਨਾਂ ਦੇ ਆਪਸ 'ਚ ਕੋਈ ਗੱਡੀ ਨੂੰ ਲੈ ਕੇ ਮਸਲਾ ਸੀ ਤੇ ਜਿਹਦੇ 'ਚ ਇੱਕ ਪਾਰਟੀ ਨੇ ਹਨੀ ਬਨੀ ਦੱਸਦੇ ਆ ਨਾ ਟਿੱਬਾ ਰੋਡ ਦੇ, ਇਹਨਾਂ ਨੇ ਫਾਇਰ ਕਰਤਾ ਪਿੰਦਰੀ ਬਾਬਾ ਦੱਸਦੇ ਨੂਰਾਂ ਵਾਲਾ ਦਾ, ਤੇ ਜਿਹਦੇ ਢਿੱਡ 'ਚ ਗੋਲੀ ਲੱਗੀ ਹੈ, ਇਸ ਵੇਲੇ ਐਡਮਿਟ ਹੈ। ਤੇ ਇਹਨਾਂ ਦਾ ਦੱਸਦੇ ਆ ਗੱਡੀ ਦਾ ਕੋਈ ਫਾਈਨੈਂਸ ਕਰਾਈ ਸੀ, ਅੱਗੇ ਨਾ ਚੇਂਜ ਕਰਾਉਣ ਦੇ ਪਿੱਛੇ ਕੋਈ ਐਨਓਸੀ ਦੇ ਪਿੱਛੇ ਦੱਸ ਰਹੇ ਕੋਈ ਡਿਸਪਿਊਟ ਹੋ ਗਿਆ ਸੀ, ਉਹਦੇ ਪਿੱਛੇ ਗਰਮਾ ਗਰਮੀ ਹੋ ਗਈ, ਜਿਹਦੇ ਪਿੱਛੇ ਇਹਨਾਂ ਨੇ ਫਿਰ ਫਾਇਰ ਕਰਤੇ। 2 ਫਾਇਰ ਦੱਸਦੇ ਆ, ਇੱਕ ਫਾਇਰ ਉਹਦੇ ਢਿੱਡ 'ਚ ਲੱਗਿਆ। ਕੋਰੋਨਾ ਵਾਇਰਸ ਦੇ ਬਚਾਅ ਲਈ ਕੀਤੇ ਜਾ ਰਹੇ ਤਰਨਤਾਰਨ ਪ੍ਰਸ਼ਾਸਨ ਦੇ ਦਾਅਵਿਆਂ ਦੀ ਸਥਾਨਕ ਲੋਕਾਂ ਨੇ ਪੋਲ ਖੋਲ੍ਹਦਿਆਂ ਕਿਹਾ ਹੈ ਕਿ ਸ਼ਹਿਰ ਵਿੱਚ ਹੱਦ ਨਾਲੋਂ ਵੱਧ ਗੰਦਗੀ ਫੈਲੀ ਹੋਈ ਹੈ, ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਲੋਕਾਂ ਨੇ ਅੰਦਰੋਂ ਬਿਆਨਬਾਜ਼ੀ ਕਰਨ ਵਾਲੇ ਅਫਸਰਾਂ ਨੂੰ ਕਮਰਿਆਂ 'ਚੋਂ ਬਾਹਰ ਆ ਹਾਲਾਤ ਵੇਖਣ ਦੀ ਅਪੀਲ ਕੀਤੀ। ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਹੈ, ਜਿਸ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਸ ਵਾਇਰਸ ਨੇ ਹੁਣ ਭਾਰਤ ਦੇ ਕਈ ਸੂਬਿਆਂ ਵਿੱਚ ਵੀ ਦਸਤਕ ਦੇ ਦਿੱਤੀ ਹੈ ਅਤੇ ਪੰਜਾਬ ਵਿੱਚ ਵੀ ਕੋਰੋਨਾ ਵਾਇਰਸ ਦੇ ਕੁਝ ਸ਼ੱਕੀ ਮਰੀਜ਼ ਦੱਸੇ ਜਾ ਰਹੇ ਹਨ। ਇਸ ਵਾਇਰਸ ਤੋਂ
ਬਚਣ ਲਈ ਤਰਨਤਾਰਨ ਪ੍ਰਸ਼ਾਸਨ ਵੱਲੋਂ ਵੀ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਇਸ ਦੀ ਜ਼ਮੀਨੀ ਹਕੀਕਤ ਕੁਝ ਹੋ ਰਹੀ ਹੈ। ਸਥਾਨਕ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਵਲ ਹਸਪਤਾਲ ਤਰਨਤਾਰਨ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਜਗ੍ਹਾ ਤੇ ਪਾਣੀ ਖੜਾ ਹੋਇਆ ਹੈ। ਹਸਪਤਾਲ ਅੰਦਰ ਦਵਾਈਆਂ ਦਾ ਵੀ ਕੋਈ ਖਾਸ ਪ੍ਰਬੰਧ ਨਹੀਂ ਹੈ। ਉਹਨਾਂ ਕਿਹਾ ਹੈ ਕਿ ਤਰਨਤਾਰਨ ਦੀ ਸਬਜ਼ੀ ਮੰਡੀ, ਜਿੱਥੋਂ ਕਿ ਸਾਰੇ ਸ਼ਹਿਰ ਵਿੱਚ ਸਬਜ਼ੀ ਸਪਲਾਈ ਹੁੰਦੀ ਹੈ, ਉੱਥੇ ਵੀ ਬਹੁਤ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਪਾਣੀ ਜਮ੍ਹਾਂ ਹੋਇਆ ਹੈ, ਜਿਸ ਨਾਲ ਬਿਮਾਰੀਆਂ ਵਾਲੇ ਮੱਛਰ ਪੈਦਾ ਹੋ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਫਸਰ ਆਪਣੇ ਕਮਰਿਆਂ ਵਿੱਚ ਬੈਠ ਕੇ ਬਿਆਨਬਾਜ਼ੀ ਕਰਨੀ ਬੰਦ ਕਰਨ ਅਤੇ ਸ਼ਹਿਰ ਦੇ ਹਾਲਾਤ ਦੇਖਣ, ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹ ਕੋਰੋਨਾ ਵਾਇਰਸ ਨਾਲ ਲੜਨ ਵਾਸਤੇ ਕਿੰਨੇ ਕੁ ਤਿਆਰ ਹਨ। ਕੋਰੋਨਾ ਵਾਇਰਸ ਵੇਖੋ ਜੀ, ਬਹੁਤ ਖਤਰਨਾਕ ਬਿਮਾਰੀ ਆ ਜਿਹੜੀ ਕਿ ਹਰ ਬੰਨੇ ਫੈਲਦੀ ਪਈ ਆ, ਤੇ ਇਹਦੇ ਪ੍ਰਬੰਧ ਜਿਹੜੇ ਆਪਾਂ ਨੂੰ ਕਰਨੇ ਚਾਹੀਦੇ, ਪ੍ਰਸ਼ਾਸਨ ਨੂੰ ਕਰਨੇ ਚਾਹੀਦੇ, ਉਹ ਕੋਈ ਨਹੀਂ ਹੈਗੇ। ਤੇ ਤੁਸੀਂ ਜੇ ਪ੍ਰਬੰਧ ਵੇਖਣੇ ਪ੍ਰਸ਼ਾਸਨ ਦੇ, ਤਰਨਤਾਰਨ ਜ਼ਿਲ੍ਹੇ ਦੇ ਵਿੱਚ ਆ ਮੇਰੇ ਮਗਰ ਦੇਖ ਲਓ, ਇਹ ਤਰਨਤਾਰਨ ਸਾਹਿਬ ਦੀ ਸਬਜ਼ੀ ਮੰਡੀ ਆ, ਜਿੱਥੋਂ ਸਾਰੇ ਬੰਨੇ ਆਪਣੇ ਸਬਜ਼ੀ ਜਾਂਦੀ ਆ ਤੇ ਲੋਕ ਘਰਾਂ 'ਚ ਜਾ ਕੇ ਖਾਂਦੇ ਆ ਨਾ ਸਬਜ਼ੀ। ਪਰ ਤੁਸੀਂ ਆ ਦੇਖ ਲਓ, ਆ ਸਾਹਮਣੇ ਤੁਹਾਡੇ ਜੇ ਜਿਹੜਾ ਵੀ ਪ੍ਰਬੰਧ ਆ ਦੇਖ ਲਓ, ਕੂੜੇ ਗੰਦ ਆ। ਤੇ ਕਰੋਨਾ ਵਾਇਰਸ ਤੁਹਾਨੂੰ ਪਤਾ ਵਾ ਵੀ ਇਸੇ ਚੀਜ਼ਾਂ ਤੋਂ ਜ਼ਿਆਦਾ ਫੈਲਦਾ ਪਿਆ ਵਾ, ਇਹਦਾ ਕੋਈ ਤੋੜ ਨਹੀਂ ਹੈਗਾ। ਪਰ ਸਾਡਾ ਜਿਹੜਾ ਪ੍ਰਸ਼ਾਸਨ ਆ ਤਰਨਤਾਰਨ ਸਾਹਿਬ ਦਾ, ਤੇ ਲੋਕ ਕੀ ਕਹਿੰਦੇ ਅਸੀਂ ਇਹਨੂੰ ਨਜਿੱਠ ਲਾਂਗੇ। ਸਾਡੇ ਜਿਹੜੇ ਹੈਗੇ ਆ, ਸਰਕਾਰ ਤੇ ਵਾਅਦੇ ਕਰ ਰਹੀ ਹੈ, ਅਫਸਰ ਵਾਅਦੇ ਕਰ ਰਹੇ ਸਰ, ਅਫਸਰ ਬਸ ਬਹਿ ਕੇ ਵਾਅਦੇ ਕਰਦੇ ਆ, ਕਮਰਿਆਂ ਦੇ ਵਿੱਚ ਬਹਿ ਕੇ ਵਾਅਦੇ ਕਰ ਲੈਣੇ ਆ, ਉਹਨਾਂ ਤੋਂ ਸਾਰੀਆਂ ਪਾਵਰਾਂ ਹੈਗੀਆਂ, ਉਹਨਾਂ ਦੇ ਰੋਕ ਲੈਣੇ ਆ ਆਪਣੇ। ਤੇ ਪਰ ਜਿਹੜੇ ਆਮ ਆਦਮੀ ਆ ਉਹਦੇ ਲਈ ਕੋਈ ਵਾਅਦਾ ਨਹੀਂ ਜੇ, ਉਹਦੇ ਲਈ ਕੋਈ ਪ੍ਰਬੰਧ ਨਹੀਂ ਜੇ। ਤੁਸੀਂ ਆਪਣੇ ਸਿਵਲ ਹਸਪੀਟਲ ਜਾ ਕੇ ਦੇਖ ਲਓ, ਗੋੜੇ ਗੰਦ ਲੱਗਿਆ ਹੋਇਆ, ਢੇਰ ਲੱਗੇ ਹੋਏ ਬਾਹਰ, ਕੋਈ ਉਹਦਾ ਪ੍ਰਬੰਧ ਨਹੀਂ ਹੈਗਾ। ਉਹਦੇ ਵਿੱਚ ਜਿਹੜਾ ਸਿਵਲ ਹਸਪੀਟਲ ਉਹਦੇ ਵਿੱਚ ਤੇ ਬੰਦੇ ਨੂੰ ਜਿਸ ਉਹ ਬੁਖਾਰ ਦੀਆਂ ਗੋਲੀਆਂ ਨਹੀਂ ਮਿਲਦੀਆਂ, ਉਹਨੂੰ ਕਰੋਨਾ ਵਾਇਰਸ ਇਹਨਾਂ ਕਿੱਥੇ ਰੋਕ ਲੈਣਾ। ਇੱਦਾਂ ਕਿਉਂ ਕਰਦੇ? ਡੀਸੀ ਸਾਹਿਬ ਦੇ ਅੱਗੇ ਮੇਰੀ ਇਹੋ ਹੀ ਅਪੀਲ ਆ ਵੀ ਡੀਸੀ ਸਾਹਿਬ ਇੱਕ ਵਾਰੀ ਸਾਡੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆ ਕੇ ਦੇਖੋ, ਸਬਜ਼ੀ ਮੰਡੀ ਦਾ ਇੱਕ ਵਾਰੀ ਗੇੜਾ ਲਾ ਲਓ। ਤੁਸੀਂ, ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ। ਤੇ ਗਲੀਆਂ ਦੇ ਗੇੜੇ ਲਾ ਲਓ, ਸਬਜ਼ੀ ਮੰਡੀ ਆ, ਸਬਜ਼ੀ ਮੰਡੀ 'ਚ ਤੇ ਕੈਮਰਾਮੈਨ ਨੂੰ ਕਹਿ ਸਕਦੇ ਆ ਵੀ ਆ ਤੁਸੀਂ ਇੱਕ ਵਾਰੀ ਮਾੜਾ ਜਿਹਾ ਦਿਖਾ ਦਿਓ, ਡੀਸੀ ਸਾਹਿਬ ਨੂੰ ਪਤਾ ਲੱਗ ਜਾਊਗਾ। ਤੇ ਤੁਹਾਡੇ ਅੱਗੇ ਇਹੋ ਹੀ ਬੇਨਤੀ ਆ ਕਿ ਤੁਸੀਂ ਤਰਨਤਾਰਨ ਸਾਹਿਬ ਜਿਹੜਾ ਆਪਣਾ ਸਿਵਲ ਹਸਪੀਟਲ ਆ, ਤੇ ਉਹਦੇ ਬਾਹਰ ਜਾ ਕੇ ਦੇਖ ਲਓ, ਗੋੜੇ ਕੂੜੇ ਦੇ ਢੇਰ ਲੱਗੇ ਹੋਏ ਆ। ਤੇ ਤੁਸੀਂ ਪਲੀਜ਼ ਜਿਹੜੀ ਆਪਣੇ ਜਿਹੜੇ ਸਾਰੇ ਵੀ ਹੈਗੇ ਆ ਪ੍ਰਸ਼ਾਸਨ ਆ, ਇਹ ਬਿਆਨਬਾਜ਼ੀਆਂ ਜਿਹੜੀਆਂ ਕਮਰੇ 'ਚ ਨਾ ਕਰਨ, ਆਪਣਿਆਂ 'ਚ ਬਾਹਰ ਆ ਕੇ ਦੇਖੋ। ਹੁਸੈਨੀਵਾਲਾ ਬਾਰਡਰ ਰੇਲਵੇ ਸਟੇਸ਼ਨ ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਇੱਕ ਪ੍ਰਵਾਸੀ ਨੌਜਵਾਨ ਦੀ ਲਾਸ਼ ਲਟਕਦੀ ਮਿਲੀ। ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਮ੍ਰਿਤਕ ਨੇ ਆਪਣੀ ਮੌਤ ਦਾ ਕਾਰਨ ਆਪਣੇ ਮਾਤਾ-ਪਿਤਾ ਦੀ ਮੌਤ ਕਾਰਨ ਆਏ ਇਕੱਲੇਪਨ ਨੂੰ ਦੱਸਿਆ ਹੈ। ਹੋਲੀ ਵਾਲੇ ਦਿਨ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਰੇਲਵੇ ਸਟੇਸ਼ਨ ਤੇ ਇੱਕ ਪ੍ਰਵਾਸੀ ਨੌਜਵਾਨ ਦੀ ਲਾਸ਼ ਲਟਕਦੀ ਹੋਈ ਮਿਲੀ। ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਲਿਖਿਆ ਸੀ ਕਿ ਮੇਰਾ ਨਾਮ ਕਿਸ਼ੋਰ ਹੈ ਅਤੇ ਮੈਂ ਆਪਣੇ ਮਾਂ-ਬਾਪ ਦਾ ਇਕਲੌਤਾ ਲੜਕਾ ਹਾਂ। ਮੇਰੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਇਕੱਲੇਪਨ ਤੋਂ ਬੋਰ ਹੋ ਕੇ ਅੱਜ ਮੈਂ ਇਹ ਕਦਮ ਉਠਾ ਰਿਹਾ ਹਾਂ। ਸੁਸਾਈਡ ਨੋਟ ਵਿੱਚ ਅੱਗੇ ਲਿਖਿਆ ਹੈ ਕਿ ਮੇਰਾ ਅੰਤਿਮ ਸੰਸਕਾਰ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਕੀਤਾ ਜਾਵੇ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਅੱਜ ਸਾਨੂੰ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਹੁਸੈਨੀ ਵਾਲੇ ਰੇਲਵੇ ਸਟੇਸ਼ਨ ਤੇ ਇੱਕ ਡੈੱਡ ਬੋਡੀ ਲਟਕ ਰਹੀ ਹੈ, ਤਾਂ ਅਸੀਂ ਮੌਕੇ ਤੇ ਆਏ। ਮੌਕੇ ਤੇ ਆ ਕੇ ਦੇਖਿਆ ਇੱਕ ਬੰਦੇ ਨੇ ਉਮਰ ਕਰੀਬ 30-35 ਸਾਲ ਦੇ ਕਰੀਬ ਰੇਲ ਗੱਡੀ ਦੀਆਂ ਜਿਹੜੀਆਂ ਗਰਿੱਲਾਂ ਸਟੇਸ਼ਨ ਤੇ ਲੱਗੀਆਂ ਨੇ ਉਹਦੇ ਨਾਲ ਰੱਸੀ ਨਾਲ ਬੰਨ੍ਹ ਕੇ ਫਾਹ ਲਿਆ ਹੋਇਆ ਸੀਗਾ। ਤੇ ਸਰ ਜੇ ਇਹਦੀ ਗੱਲ ਕੀਤੀ ਜਾਵੇ, ਇਹਦੇ ਤੋਂ ਕੋਈ ਸੁਸਾਈਡ ਨੋਟ? ਇਹਦੇ ਪਾਸੋਂ ਇੱਕ ਸੁਸਾਈਡ ਨੋਟ ਮਿਲਿਆ ਜਿਹਦੇ ਵਿੱਚ ਇਹਦਾ ਨਾਮ ਲਿਖਿਆ ਤੇ ਉਹਨੇ ਕਿਹਾ ਵੀ ਮੈਂ ਆਪਣੇ ਆਪ ਖੁਦਕੁਸ਼ੀ ਕੀਤੀ ਹੈ, ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਤੇ ਮੇਰਾ ਜਿਹੜਾ ਸੰਸਕਾਰ ਹਿੰਦੂ ਰੀਤੀ ਰਿਵਾਜ਼ਾਂ ਦੇ ਮੁਤਾਬਕ ਕੀਤਾ ਜਾਵੇ। ਕੀ ਕਾਰਵਾਈ ਕੀਤੀ ਜਾ ਰਹੀ ਹੁੰਦਾ? ਇਹ ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਆ। ਅਗਰ ਕੋਈ ਉਸ ਤੋਂ ਬਾਅਦ ਕੋਈ ਸਾਹਮਣੇ ਕੋਈ ਆਇਆ ਤੱਥ ਆਏ ਸਾਹਮਣੇ, ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ। ਮੋਗਾ 'ਚ ਸਵੱਛ ਭਾਰਤ ਮੁਹਿੰਮ ਤਹਿਤ ਗਰੀਬਾਂ ਨੂੰ ਪਖਾਨੇ ਬਣਾ ਕੇ ਦੇਣ ਦੇ ਨਾਮ ਤੇ ਨਗਰ ਪੰਚਾਇਤ ਬਦਨੀ ਕਲਾਂ ਰਾਹੀਂ ਹਰ ਘਰ ਨੂੰ 2-2 ਹਜ਼ਾਰ ਰੁਪਏ ਦਿੱਤੇ ਗਏ ਸਨ ਅਤੇ ਬਾਕੀ ਦੇ ਪੈਸੇ ਇਹ ਕਹਿ ਕੇ ਨਹੀਂ ਦਿੱਤੇ ਗਏ ਕਿ ਪੈਸੇ ਉਹਨਾਂ ਦੇ ਖਾਤੇ ਵਿੱਚ ਪਾ ਦਿੱਤੇ ਜਾਣਗੇ। ਪਰ ਬਾਅਦ ਵਿੱਚ ਕੋਈ ਵੀ ਪੈਸਾ ਖਾਤੇ ਵਿੱਚ ਨਾ ਆਉਣ ਕਾਰਨ ਹੁਣ ਗਰੀਬ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਗਰੀਬਾਂ ਨੂੰ ਸਹੂਲਤਾਂ ਦੇਣ ਦੇ ਦਾਅਵੇ ਤਾਂ ਠੋਕ ਰਹੀ ਹੈ, ਪਰ ਜ਼ਮੀਨੀ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੋਗਾ ਜ਼ਿਲ੍ਹਾ ਦੀ ਸਬ ਤਹਿਸੀਲ ਬਦਨੀ ਕਲਾਂ ਤੋਂ, ਜਿੱਥੇ ਸਵੱਛ ਭਾਰਤ ਅਭਿਆਨ ਤਹਿਤ ਗਰੀਬਾਂ ਨੂੰ ਪਖਾਨੇ ਬਣਾ ਕੇ ਦੇਣ ਦੇ ਨਾਮ ਤੇ ਨਗਰ ਪੰਚਾਇਤ ਬਦਨੀ ਕਲਾਂ ਰਾਹੀਂ 468 ਘਰਾਂ ਨੂੰ 2000 ਰੁਪਏ ਪ੍ਰਤੀ ਘਰ ਦਿੱਤਾ ਗਿਆ ਸੀ ਅਤੇ ਪਖਾਨੇ ਤੇ 17000 ਤੱਕ ਦਾ ਖਰਚਾ ਆਉਣਾ ਸੀ।
ਪਰ ਗਰੀਬ ਲੋਕਾਂ ਨੂੰ ਪੈਸੇ ਦੇਣ ਦੀ ਬਜਾਏ ਗਰੀਬਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਕੰਪਲੀਟ ਕਰ ਲਵੋ, ਬਾਕੀ ਪੈਸੇ ਤੁਹਾਡੇ ਖਾਤੇ ਵਿੱਚ ਪਾ ਦਿੱਤੇ ਜਾਣਗੇ। ਪਰ ਹੁਣ 4 ਸਾਲ ਬੀਤ ਗਏ, ਅਜੇ ਤੱਕ ਸਰਕਾਰ ਨੇ ਕੋਈ ਪੈਸਾ ਨਹੀਂ ਦਿੱਤਾ, ਜਿਸ ਦੇ ਚਲਦਿਆਂ ਲੋਕਾਂ ਨੇ ਨਗਰ ਪੰਚਾਇਤ ਦਫ਼ਤਰ 'ਚ ਪਹੁੰਚ ਕੇ ਬਾਕੀ ਪੈਸੇ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀ ਮੰਗ ਨਾ ਮੰਨੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਦੇਖੋ ਜੀ, 4 ਸਾਲ ਪਹਿਲਾਂ ਸਰਕਾਰ ਵੱਲੋਂ ਇੱਕ ਸਹੂਲਤ ਆਈ ਸੀਗੀ, ਜਿਹਦੇ ਦੌਰਾਨ ਹਰ ਘਰ ਦੇ ਵਿੱਚ ਜਿੱਥੇ ਵੀ ਪਖਾਨਾ ਨਹੀਂ ਹੈ ਉਹਨੂੰ ਬਣਾਉਣ ਲਈ, ਤੇ ਕੁੱਲ ਬੱਧਨੀ ਕਲਾਂ ਨਗਰ ਪੰਚਾਇਤ ਕੋਲੇ 468 ਕੇਸ ਆਏ ਸੀਗੇ, ਜਿਨ੍ਹਾਂ ਦੇ ਵਿੱਚ ਉਹਨਾਂ ਦੀ ਬਕਾਇਆ ਰਾਸ਼ੀ ਲੰਬਿਤ ਹੈ, ਪੈਂਡਿੰਗ ਪਈ ਹੈ। ਤੇ ਅੱਜ ਸਾਰੇ ਲੋਕ ਇਕੱਠੇ ਹੋ ਕੇ ਉਹਦੇ ਲਈ ਆਏ ਆ। ਇਹਨਾਂ ਨੂੰ ਜੋ ਬਕਾਇਆ ਰਾਸ਼ੀ ਆ, ਪਹਿਲਾਂ ਰਾਸ਼ੀ ਆਈ ਸੀ 2-2000 ਰੁਪਏ ਇਹਨਾਂ ਦੇ ਖਾਤਿਆਂ ਦੇ ਵਿੱਚ ਜਮ੍ਹਾਂ ਹੋਈ ਹੈ, ਤੇ ਇਹਨਾਂ ਨੇ ਉਹ ਪਖਾਨਿਆਂ ਦੀ ਸ਼ੁਰੂਆਤ ਕਰ ਲਈ। ਹੁਣ 2000 ਰੁਪਏ ਨਾਲ ਕੋਈ ਪਖਾਨਾ ਨਹੀਂ ਬਣਦਾ, ਆਪਾਂ ਇਹ ਭਲੀ ਭਾਤੀ ਜਾਣਦੇ ਹਾਂ। ਤੇ ਇਸ ਲਈ ਇਹਨਾਂ ਨੇ ਕੁਝ ਲੋਕਾਂ ਨੇ ਵਿਆਜੂ ਪੈਸੇ ਫੜ ਕੇ, ਕਿਸੇ ਨੇ ਆਪਦੀ ਜਮ੍ਹਾਂ ਪੂੰਜੀ 'ਚੋਂ ਪੈਸੇ ਲਾਏ, ਪਰ ਜੋ ਬਕਾਇਆ ਰਾਸ਼ੀ ਸੀਗੀ ਉਹ ਇਹਨਾਂ ਤੱਕ ਹਜੇ ਤੱਕ 4 ਸਾਲ ਹੋ ਗਏ ਪਹੁੰਚੀ ਨਹੀਂ। ਅੱਜ ਇਹ ਲੋਕ ਉਸੇ ਲਈ ਇਕੱਠੇ ਹੋ ਕੇ ਆਏ ਆ ਤੇ ਲਾਮਬੰਦ ਹੋ ਕੇ ਆਏ ਆ ਵੀ ਜਿਹੜੀ ਬਕਾਇਆ ਰਾਸ਼ੀ ਆ ਇਹਨਾਂ ਦੇ ਖਾਤਿਆਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਾਈ ਜਾਵੇ। ਇਹ ਯਾਦਵਿੰਦਰ ਸਿੰਘ ਮਿੰਟੂ ਨੇ ਧਮਕੀਆਂ ਦਿੱਤੀਆਂ ਸੀਗੀਆਂ, ਕਹਿੰਦਾ ਸੀ ਨਹੀਂ ਤਾਂ ਤੁਸੀਂ ਇਹ ਪੁਲੀਆਂ ਦੱਬੋ, ਨਹੀਂ ਜਿਹੜਾ ਤੁਹਾਨੂੰ 200 ਰੁਪਇਆ 2000 ਰੁਪਇਆ ਬਕਾਇਆ ਦਿੱਤਾ ਵੀ ਉਹ ਸਾਡਾ ਵਾਪਸ ਕਰੋ 2000 ਰੁਪਇਆ। ਯਾਦਵਿੰਦਰ ਮਿੰਟੂ ਕੌਣ ਆ? ਇੱਥੋਂ ਕਲਰਕ ਆ ਜੀ, ਮਾਰਕੀਟ ਕਮੇਟੀ ਦਾ। ਅੱਛਾ ਜੀ। ਹਾਂਜੀ, ਉਸਨੇ ਧਮਕੀ ਦਿੱਤੀ ਸੀ ਘਰ ਜਾ ਕੇ ਵੀ ਮੈਨੂੰ ਨਹੀਂ 2000 ਰੁਪਇਆ ਵਾਪਸ ਕਰੋ, ਨਹੀਂ ਆ ਤੁਸੀਂ ਪੁਲੀਆਂ ਨੱਪੋ। ਲੋਕਾਂ ਨੇ ਚਲੋ ਕਿਵੇਂ ਕਰਕੇ ਸਾਰੇ ਘਰਾਂ ਨੇ ਉਹ ਪੁਲੀਆਂ ਨੱਪ ਲੀਆਂ, ਪੈਸੇ ਕਿਤੋਂ ਵਿਆਜੂ ਲਏ, ਕਿਤੋਂ ਜਮ੍ਹਾਂ ਪੂੰਜੀ ਲਾਤੀ ਸਾਰੇ ਲੋਕਾਂ ਨੇ, ਤੇ ਇਹਨਾਂ ਨੇ ਉਹ ਬਣਦੀ ਰਾਸ਼ੀ ਜਿਹੜੀ ਬਕਾਇਆ ਨਹੀਂ ਪਾਈ ਹਜੇ ਤੱਕ। 4 ਸਾਲ ਹੋ ਗਏ ਇਸ ਕੇਸ ਨੂੰ। ਉਧਰ ਨਗਰ ਪੰਚਾਇਤ ਦੇ ਦੋਸ਼ਾਂ 'ਚ ਘਿਰੇ ਕਲਰਕ ਯਾਦਵਿੰਦਰ ਸਿੰਘ ਮਿੰਟੂ ਦਾ ਕਹਿਣਾ ਹੈ ਕਿ ਉਹਨਾਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਬਾਰ-ਬਾਰ ਲਿਖ ਰਹੇ ਹਾਂ ਕਿ ਸਾਨੂੰ ਗ੍ਰਾਂਟ ਭੇਜੀ ਜਾਵੇ, ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਉਸ ਤੇ ਜੋ ਵੀ ਦੋਸ਼ ਲੱਗੇ ਹਨ ਉਹ ਸਾਰੇ ਬੇਬੁਨਿਆਦ ਹਨ। ਇਹ ਪੈਸੇ IHH ਦੇ ਆਏ ਸੀਗੇ ਸਰਕਾਰ ਵੱਲੋਂ PMDS ਰਾਹੀਂ, ਇਹ 2-2000 ਰੁਪਇਆ ਪ੍ਰਤੀ ਘਰ ਆਇਆ ਸੀਗਾ। ਸਰਕਾਰ ਵੱਲੋਂ ਇਹ ਹਦਾਇਤਾਂ ਸੀਗੀਆਂ ਵੀ ਜਿਨ੍ਹਾਂ ਨੂੰ 2000 ਰੁਪਇਆ ਤੁਸੀਂ ਖਾਤੇ 'ਚ ਪਾਇਆ, ਉਹ 2000 ਰੁਪਏ ਦਾ ਜੋ ਵੀ ਕੰਮ ਸ਼ੁਰੂ ਕਰਵਾਉਣ ਉਹਨਾਂ ਜਿੰਨਾ ਕੁ 2000 ਨਾਲ ਹੋ ਸਕਦਾ। ਤੇ ਵੀ ਅਸੀਂ ਬਾਕੀ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਸੀ, ਜੋ ਫੋਟੋ ਖਿੱਚ ਕੇ ਸਾਨੂੰ ਦੁਬਾਰਾ ਅਗਲੀ ਕਿਸ਼ਤ ਵਾਸਤੇ ਭੇਜੀ ਜਾਵੇ। ਇਕੱਲੇ ਘਰ ਦੀ ਅਸੀਂ ਉਹ ਦੁਬਾਰਾ ਫੋਟੋਆਂ ਜਿੰਨੇ ਵੀ ਪੈਸੇ ਜਿਹਨਾਂ ਨੂੰ ਪਾਏ ਸੀ ਉਹ ਫੋਟੋਆਂ ਖਿੱਚ ਕੇ ਅਸੀਂ ਦੁਬਾਰਾ ਪੋਰਟਲ 'ਤੇ ਪਾਈਆਂ ਦੂਜੀ ਕਿਸ਼ਤ ਵਾਸਤੇ। ਤੇ ਸਰਕਾਰ ਵੱਲੋਂ ਇਹ ਵੀ ਸੀ ਜੇ ਕੋਈ ਨਹੀਂ ਪੈਸੇ ਲਾਉਂਦਾ ਤਾਂ ਉਹ ਸਰੈਂਡਰ ਕਰਨੇ ਪੈਣਗੇ। ਜੋ ਤਾਂ ਰਹੀ ਧਮਕੀ ਦੀ ਗੱਲ, ਅਸੀਂ ਕਿਸੇ ਨੂੰ ਕੋਈ ਧਮਕੀ ਨਹੀਂ ਦਿੱਤੀ, ਨਾ ਹੀ ਸਾਡਾ ਕੋਈ ਨਿੱਜੀ ਉਹਨਾਂ ਨਾਲ ਕੋਈ ਰੌਲਾ ਸੀਗਾ ਲੋਕਾਂ ਨਾਲ, ਤੇ ਅਸੀਂ ਮੁਲਾਜ਼ਮ ਕਿਹਨੂੰ ਧਮਕੀ ਦੇ ਸਕਦੇ ਹਾਂ। ਬਠਿੰਡਾ ਵਿਖੇ ਬੈਂਕ 'ਚ ਪੈਸੇ ਜਮ੍ਹਾਂ ਕਰਵਾਉਣ ਆਈ ਇੱਕ ਔਰਤ ਤੋਂ ਇੱਕ ਹੋਰ ਔਰਤ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਡਿੱਗਣ ਨਾਲ ਉਹ ਪੈਸੇ ਛੱਡ ਕੇ ਉੱਥੋਂ ਭੱਜ ਗਏ। ਫਿਲਹਾਲ ਪੁਲਿਸ ਵੱਲੋਂ CCTV ਕੈਮਰੇ ਦੀ ਫੁਟੇਜ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਠਿੰਡਾ ਦੇ HDFC ਬੈਂਕ ਦੀ ਬ੍ਰਾਂਚ ਵਿੱਚ ਪੈਸੇ ਜਮ੍ਹਾਂ ਕਰਵਾਉਣ ਗਈ ਇੱਕ ਔਰਤ ਤੋਂ ਇੱਕ ਹੋਰ ਔਰਤ ਵੱਲੋਂ ਅੱਖਾਂ 'ਚ ਮਿਰਚਾਂ ਪਾ ਕੇ ਪੈਸੇ ਖੋਹਣ ਦੀ ਨਾਕਾਮ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਕ ਔਰਤ HDFC ਬੈਂਕ ਦੀ ਬ੍ਰਾਂਚ ਵਿੱਚ 9,000 ਰੁਪਏ ਜਮ੍ਹਾਂ ਕਰਵਾਉਣ ਗਈ ਸੀ ਤਾਂ ਉੱਥੇ ਮਸ਼ੀਨ ਕੋਲੇ ਇੱਕ ਹੋਰ ਔਰਤ ਖੜੀ ਸੀ, ਜਿਸ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਪੈਸੇ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਡਿੱਗ ਪਈ। ਪੀੜਤ ਔਰਤ ਨੇ ਰੌਲਾ ਪਾ ਦਿੱਤਾ, ਤਦ ਲੁਟੇਰੀ ਔਰਤ ਉੱਥੋਂ ਉੱਠ ਕੇ ਭੱਜ ਗਈ। ਮੇਰਾ ਨਾਮ ਅਵਤਾਰ ਸਿੰਘ ਹੈ ਜੀ। ਹਾਂਜੀ, ਕੀ ਹੋ ਗਿਆ ਜੀ? ਅਸੀਂ ਇੱਥੇ ਪੈਸੇ ਜਮ੍ਹਾਂ ਕਰਾਉਣ ਆਏ ਸੀ, 5 ਗਰੁੱਪ ਮੈਂਬਰਾਂ ਦੇ ਮਤਲਬ ਕਿ ਪੈਸੇ ਹੁੰਦੇ ਜੀ, ਉਹ ਅਸੀਂ ਜਮ੍ਹਾਂ ਕਰਾਉਣ ਆਏ ਸੀ ਇੱਥੇ HDFC ਬੈਂਕ 'ਚ ਦਾਣਾ ਮੰਡੀ 'ਚ ਜੀ। ਇੱਥੇ ਇੱਕ ਲੇਡੀਜ਼ ਆਏ, ਮਤਲਬ ਉਹਨਾਂ ਨੇ ਮਤਲਬ ਕਿ ਸਾਡੇ ਨਾਲ ਪਹਿਲਾਂ ਤਾਂ 10 ਮਿੰਟ ਖੜੇ ਗੱਲਾਂ ਬਾਤਾਂ ਕਰਦੇ ਰਹੇ। ਜਦੋਂ ਮੈਂ ਪੈਸੇ ਮਤਲਬ ਕਿ ਅੰਦਰੋਂ 10-10 ਦੇ ਨੋਟ ਮਤਲਬ ਕਿ 200 ਲੈਣ ਗਿਆ, ਉਸ ਤੋਂ ਬਾਅਦ ਉਹਨਾਂ ਨੇ ਮੇਰੀ ਚਾਚੀ ਨਾਲ ਮਤਲਬ ਕਿ ਅੱਖਾਂ 'ਚ ਮਿਰਚਾਂ ਪਾ ਕੇ ਉਹਨਾਂ ਤੋਂ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ ਪੂਰੀ, ਪਰ ਕੋਸ਼ਿਸ਼ ਉਹਨਾਂ ਦੀ ਹੋਈ ਨਹੀਂ ਮਤਲਬ ਪੂਰੀ। ਉਹਨਾਂ ਨੇ ਮਤਲਬ ਕਿ ਭੱਜ ਰਹੇ ਸੀ, ਜਦੋਂ ਉਹ ਡਿੱਗ ਗਏ ਤੇ ਪੈਸੇ ਮਤਲਬ ਕਿ ਉੱਥੇ ਡਿੱਗ ਗਏ ਸਾਡੇ। ਇਹ ਆ ਵੀ ਮਾਲਕ ਦੀ ਕਿਰਪਾ ਸਾਡੀ ਬਚਤ ਹੋ ਗਈ, ਪਰ ਗੱਲ ਇਹ ਹੈ ਵੀ ਉਸ 'ਤੇ ਪੂਰੀ ਕਾਰਵਾਈ ਕਰੀ ਜਾਵੇ। ਪੈਸੇ ਸੀਗੇ ਹੀ 9,000 ਰੁਪਇਆ। ਬੈਂਕ ਦੇ ਬਾਹਰ ਸੀ ਅੰਦਰ? ਬੈਂਕ ਦੇ ਅੰਦਰ ਸੀਗਾ ਜੀ, ਮਸ਼ੀਨ ਕੋਲੇ ਹੀ ਲੇਡੀਜ਼ ਖੜੀ ਸੀ। ਉਹ ਕੈਮਰਾ ਕੈਦ ਹੈਗਾ ਉਹਦੇ ਵਿੱਚ, ਕੁੜੀ ਮਤਲਬ ਜਿਹੜੀ ਕੈਮਰੇ ਦੇ ਵਿੱਚ ਕੈਦ ਹੈਗੀ। ਆਰੋਪੀ ਔਰਤ ਪਿੱਛੇ ਇੱਕ ਨੌਜਵਾਨ ਵੀ ਭੱਜਾ, ਪਰ ਉਸਨੇ ਉਸ ਨੂੰ ਕਿਹਾ ਕਿ ਮੈਂ ਕੱਪੜੇ ਪਾੜ ਕੇ ਰੌਲਾ ਪਾ ਦੇਵਾਂਗੀ, ਤਾਂ ਉਹ ਡਰਦਾ ਵਾਪਸ ਆ ਗਿਆ। ਸਾਨੂੰ ਬੈਂਕ 'ਚ ਕੰਮ ਸੀਗਾ HDFC 'ਚ, ਅਸੀਂ ਬਾਹਰ ਬੈਠੇ ਸੀਗੇ ਜੀ, ਤੇ ਅਸੀਂ ਕਿਸੇ ਦੀ ਵੇਟ ਕਰ ਰਹੇ ਸੀਗੇ, ਤੇ ਇੱਕ ਲੇਡੀਜ਼ ਨੂੰ ਕੋਈ ਮੁੰਡਾ ਤਾਰ ਕੇ ਗਿਆ ਜੀ ਮੋਟਰਸਾਈਕਲ ਤੇ, ਉਹਦੇ ਟੌਪ ਤੇ ਜੀਨ ਪਾਈ ਹੋਈ ਸੀ, ਤੇ ਉਹ ਬੈਂਕ ਅੰਦਰ ਆਈ। ਤੇ ਆਪਾਂ ਨੂੰ ਐ ਹੁੰਦਾ ਹੀ ਵੀ ਆਪਦੇ ਅਗਲਾ ਕੰਮ ਧੰਦੇ ਆਇਆ ਹੋਊਗਾ, ਆਪਾਂ ਹਰੇਕ ਬੰਦੇ ਨੂੰ ਚੋਰ ਦੀ ਨਿਗਾਹ ਨਾਲ ਨਹੀਂ ਵੇਖ ਸਕਦੇ।
ਪਰ 15-20 ਮਿੰਟਾਂ ਬਾਅਦ ਉਹਨੇ ਇਹੀ ਹਰਕਤ ਕੀਤੀ ਕਿ ਇੱਕ ਲੇਡੀ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਭੱਜ ਰਹੀ ਸੀ ਪੈਸੇ ਖੋਹ ਕੇ ਉਦੋਂ, ਤੇ ਤਕਰੀਬ 8,500 ਰੁਪਈਆ ਉਹਦਾ ਸੀਗਾ। ਤੇ ਉਹ ਜਦੋਂ ਭੱਜਣ ਲੱਗੀ ਤਾਂ ਸੰਗਲੀ ਜੜ ਕੇ ਡਿੱਗ ਗਈ ਤਾਂ ਸਾਨੂੰ ਐ ਹੋਇਆ ਵੀ ਤਾਂ ਵੈਸੇ ਹੀ ਡਿੱਗੀ ਹੈ ਤੇ ਵੀ ਉਹਨਾਂ ਦੀ ਜਾਂ ਰਿਲੇਟਿਵ ਜੋ ਕਿਵੇਂ ਵੀ ਹੈ, ਤੇ ਬਾਅਦ 'ਚ ਪਤਾ ਲੱਗਿਆ ਵੀ ਅੱਖਾਂ 'ਚ ਮਿਰਚਾਂ ਪਾ ਕੇ ਭੱਜ ਰਹੀ ਸੀਗੀ। ਅਸੀਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਕਹਿੰਦੀ ਮੈਂ ਕੱਪੜੇ ਫਾੜ ਕੇ ਤੇ ਤੁਹਾਡਾ ਨਾਂ ਲਾ ਦੂਗੀ। ਫਿਰ ਅਸੀਂ ਪਿੱਛੇ ਹਟ ਗਏ। ਇਸ ਤਰ੍ਹਾਂ ਦੀ ਜਾਣ ਲੱਗ ਰਹੀ ਸੀ ਉਹ ਨਸ਼ੇੜੀ ਤੇ ਉਹ ਆਰਕੈਸਟਰਾ ਵਗੈਰਾ ਲੱਗ ਰਹੀ ਸੀ, ਡਾਂਸਰ ਵਗੈਰਾ। ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੰਟਰੋਲ ਰੂਮ ਤੋਂ ਮੈਸੇਜ ਮਿਲਿਆ ਸੀ ਇੱਥੇ HDFC ਬੈਂਕ ਦੇ ਵਿੱਚ ਕੋਈ ਲੇਡੀ ਪੈਸੇ ਜਮ੍ਹਾਂ ਕਰਾਉਣ ਆਈ ਸੀਗੀ ਤੇ ਉਹਦੇ ਪੈਸਿਆਂ ਨੂੰ ਕਿਸੇ ਨੇ ਕੋਈ ਲੇਡੀ ਆਈ ਨਾਲ ਉਹ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ। ਉਹ ਖੋਹ ਵੀ ਲਏ ਸੀ। ਉਹ ਤੋਂ ਜਦੋਂ ਭੱਜਣ ਲੱਗੀ ਇੱਥੋਂ ਅੜਕ ਗਈ ਉਹਦੇ ਵਿੱਚ ਤੇ ਉਹਨੇ ਸਾਨੂੰ ਰਿਟਨ ਕੰਪਲੇਂਟ ਦਿੱਤੀ ਹੈ। ਪੈਸੇ ਉਹਨੂੰ ਸਾਰੇ ਵਾਪਸ ਮਿਲ ਗਏ ਤੇ ਉਹਦੀ ਲੇਡੀ ਦੀ CCTV ਫੁਟੇਜ ਕਢਾ ਕੇ ਇਹਨਾਂ ਤੋਂ ਇਨਕੁਆਇਰੀ ਕਰਕੇ ਗਾਂ ਅਗਲੀ ਕਾਰਵਾਈ ਕਰਨੀ। ਕਿਸ ਤਰ੍ਹਾਂ ਹੋਏਗਾ? ਕੋਈ ਮਿਰਚਾਂ ਪਾਈਆਂ ਉਹਦੇ ਦੱਸਣ ਮੁਤਾਬਕ ਹੈ ਮਿਰਚਾਂ ਪਾਈਆਂ ਗਈਆਂ, ਪਰ ਹੁਣ ਤਾਂ ਉਹ ਠੀਕ ਹੈ। ਜੇ ਮਿਰਚਾਂ ਇਹਦੇ ਅੱਖਾਂ 'ਚ ਪਈਆਂ ਹੁੰਦੀਆਂ ਤਾਂ ਐਡੀ ਛੇਤੀ ਠੀਕ ਨਹੀਂ ਸੀ ਹੋ ਸਕਦੀ ਇਹ, ਪਰ CCTV ਫੁਟੇਜ ਤੋਂ ਹੀ ਸਾਰਾ ਕਲੀਅਰ ਹੋਊਗਾ ਕੀ ਗੱਲ ਹੈ। ਫਗਵਾੜਾ ਵਿਖੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਥਾਣੇ ਦੇ ਬਿਲਕੁਲ ਕੋਲ, ਜਿੱਥੇ ਇੱਕ ਟੂਰ ਐਂਡ ਟਰੈਵਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਚੋਰ ਦਿਨ ਦਿਹਾੜੇ ਚੋਰ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਫਗਵਾੜਾ ਵਿਖੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਿਆ ਉਹ ਇਹ ਵੀ ਨਹੀਂ ਦੇਖ ਰਹੇ ਕਿ ਨਜ਼ਦੀਕ ਪੁਲਿਸ ਥਾਣਾ ਵੀ ਹੈ। ਫਗਵਾੜਾ ਪੁਲਿਸ ਵੱਲੋਂ ਪਹਿਲਾਂ ਹੋਈਆਂ ਚੋਰੀ ਦੀਆਂ ਵਾਰਦਾਤਾਂ ਦੇ ਦੋਸ਼ੀਆਂ ਨੂੰ ਤਾਂ ਕਾਬੂ ਕੀਤਾ ਨਹੀਂ ਗਿਆ, ਹੁਣ ਚੋਰਾਂ ਨੇ ਇੱਕ ਹੋਰ ਲੱਖਾਂ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਸਥਿਤ ਧੀਰ ਟੂਰ ਐਂਡ ਟਰੈਵਲ ਦੁਕਾਨ ਦਾ, ਜਿੱਥੇ ਲੁਟੇਰਿਆਂ ਵੱਲੋਂ ਦਿਨ ਦਿਹਾੜੇ ਕਰੀਬ 3.5 ਲੱਖ ਰੁਪਏ ਦੀ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਨੇ ਧੀਰ ਟੂਰ ਐਂਡ ਟਰੈਵਲ ਦੁਕਾਨ ਨੂੰ ਸਮੇਂ ਨਿਸ਼ਾਨਾ ਬਣਾਇਆ ਜਦੋਂ ਦਫ਼ਤਰ ਦਾ ਮਾਲਕ ਪੈਟਰੋਲ ਪੰਪ ਤੇ ਆਪਣੇ ਵਾਹਨ 'ਚ ਤੇਲ ਪਵਾਉਣ ਲਈ ਗਿਆ ਸੀ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਦੁਕਾਨ ਤੋਂ ਕੁਝ ਹੀ ਦੂਰੀ ਤੇ ਥਾਣਾ ਸੀ ਅਤੇ ਦੁਕਾਨ ਨਜ਼ਦੀਕ ਪੁਲਿਸ ਵੱਲੋਂ 2 ਥਾਵਾਂ ਤੇ ਨਾਕੇਬੰਦੀ ਕੀਤੀ ਹੋਈ ਸੀ, ਪਰ ਇਸ ਦੇ ਬਾਵਜੂਦ ਚੋਰਾਂ ਵੱਲੋਂ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੁਕਾਨ ਮਾਲਕ ਨੇ ਦੱਸਿਆ ਕਿ ਉਹ ਦੁਕਾਨ ਨੂੰ ਤਾਲਾ ਲਗਾ ਕੇ ਥੋੜੀ ਦੇਰ ਲਈ ਪੈਟਰੋਲ ਪੰਪ ਤੇ ਗਿਆ ਸੀ ਕਿ ਪਿੱਛੋਂ ਅਣਪਛਾਤੇ ਚੋਰਾਂ ਨੇ ਦੁਕਾਨ ਦਾ ਤਾਲਾ ਤੋੜ ਕੇ ਦੁਕਾਨ 'ਚੋਂ 3.5 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਦੁਕਾਨ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਦੁਕਾਨ 'ਚ ਰੱਖੇ ਹੋਏ ਲੱਖਾਂ ਰੁਪਏ ਗਾਇਬ ਸਨ। ਉਹਨਾਂ ਕਿਹਾ ਕਿ 7-8 ਸਾਲ ਪਹਿਲਾਂ ਵੀ ਉਹਨਾਂ ਦੀ ਦੁਕਾਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ, ਪਰ ਅੱਜ ਤੱਕ ਪੁਲਿਸ ਵੱਲੋਂ ਆਰੋਪੀਆਂ ਨੂੰ ਕਾਬੂ ਨਹੀਂ ਕੀਤਾ ਗਿਆ। ਭਾਈ ਮੈਂ ਜਦ ਪੈਟਰੋਲ ਪਵਾਉਣ ਗਿਆ ਸੀਗਾ ਤੇ 5 ਮਿੰਟ ਦੇ ਵਿੱਚ ਕਿਸੇ ਨੇ ਲੋਕ ਪੱਟ ਕੇ ਗੱਲੇ 'ਚੋਂ ਕੈਸ਼ ਲੈ ਕੇ ਗਏ। ਕਿੰਨਾ ਕੁ ਕੈਸ਼ ਸੀ? 3.5 ਦੇ ਕਰੀਬ ਸੀਗਾ। ਕੀ ਲੱਗਦਾ ਤੁਹਾਨੂੰ ਕਿਹਨਾਂ ਵੱਲੋਂ ਕੀਤਾ ਜਾਂ ਕੁਛ ਆਇਆ? ਕੋਈ ਆਈਡੀਆ ਨਹੀਂ ਮੇਰਾ ਕੌਣ ਸੀਗਾ ਕੌਣ ਨਹੀਂ ਸੀ। ਪੁਲਿਸ ਨੂੰ ਕਾਲ ਕਿੰਨੇ ਕੁ ਵਜੇ ਕਾਲ ਕੀਤੀ ਸੀ? 15 ਮਿੰਟ ਹੋ ਗਏ। ਪੁਲਿਸ ਹਾਲੇ ਤੱਕ ਆਈ ਨਹੀਂ। ਵੈਸੇ ਇੱਕ ਸ਼ਾਇਦ ਤੁਹਾਡੀ ਦੁਕਾਨ ਤੇ ਪਹਿਲਾਂ ਵੀ ਇੱਕ ਵਾਰ ਇਦਾਂ ਦਾ ਕੋਈ ਨੁਕਸਾਨ ਹੋਇਆ ਸੀ? ਅੱਜ ਤੋਂ 7-8 ਸਾਲ ਪਹਿਲਾਂ ਦੀ ਗੱਲ ਹੈ। ਕਿੰਨਾ ਕੁ ਨੁਕਸਾਨ ਹੋਇਆ ਸੀ? ਉਦੋਂ ਮੈਂ ਵੀ ਆਈਡੀਆ ਹੁਣ ਮੈਨੂੰ ਯਾਦ ਨਹੀਂ ਹੈਗਾ, ਉਦੋਂ ਵੀ ਇੰਨਾ ਕਿਤੇ ਕਰੀਬ ਸੀਗਾ ਨੁਕਸਾਨ। ਤੇ ਕੀ ਉਸ ਮਾਮਲੇ ਦੇ ਵਿੱਚ ਪੁਲਿਸ ਨੇ ਕੋਈ ਕਾਬੂ ਕੀਤਾ ਸੀ? ਮਤਲਬ ਕੁਛ ਨਹੀਂ ਸੀ। ਇਸ ਦੀ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਸਮੇਤ SP ਮਨਵਿੰਦਰ ਸਿੰਘ, DSP ਸੁਰਿੰਦਰ ਚੰਦ ਅਤੇ SHO ਓਂਕਾਰ ਸਿੰਘ ਬਰਾੜ ਫਗਵਾੜਾ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲੈਣ ਪਹੁੰਚੇ। ਇਸ ਸੰਬੰਧੀ DSP ਸੁਰਿੰਦਰ ਚੰਦ ਨੇ ਕਿਹਾ ਹੈ ਕਿ ਅਜੇ ਤੱਕ ਇਹ ਗੱਲ ਸਾਫ਼ ਨਹੀਂ ਹੋਈ ਹੈ ਕਿ ਪੈਸੇ ਚੋਰੀ ਹੋਏ ਵੀ ਹਨ ਕਿ ਨਹੀਂ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਧੀਰ ਟੂਰ ਐਂਡ ਟਰੈਵਲ ਹੈਗਾ ਵਾ ਤੇ ਉੱਥੇ ਕੋਈ ਚੋਰੀ ਹੋਈ ਹੈਗੀ ਤੇ ਅਸੀਂ ਜਾ ਕੇ ਮੌਕੇ ਤੇ ਮੌਕਾ ਵੇਖਿਆ ਹੈਗਾ ਤੇ ਅਸੀਂ ਉਹ ਮੁਕੱਦਮਾ ਦਰਜ ਕਰਕੇ ਉਹਦੀ ਤਫਤੀਸ਼ ਕਰ ਰਹੇ ਹਾਂ। ਕਿੰਨੇ ਕੁ ਦਾ ਨੁਕਸਾਨ ਦੱਸਿਆ ਜੀ ਉਹਨੇ ਆਪਣਾ? ਉਹ ਦੱਸ ਰਹੇ ਨੇ ਵੀ 3.5 ਲੱਖ ਰੁਪਇਆ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸੁਭਾਸ਼ ਨਗਰ ਚੌਂਕ ਪਲੱਸ ਬਾਂਸਾਵਾਲਾ ਬਾਜ਼ਾਰ ਦੇ ਫਰੰਟ ਤੇ ਟੀ ਪੁਆਇੰਟ ਦੇ ਨਾਕਾ ਲੱਗਾ ਹੋਇਆ, ਉਹਦੇ ਯਾਨੀ 50 ਮੀਟਰ ਦੀ ਦੂਰੀ ਦੇ ਵਿੱਚ ਚੋਰ ਵਾਰਦਾਤ ਅੰਜਾਮ ਦੇ ਦਿੱਤੇ ਤੇ ਪੁਲਿਸ ਦੀ ਕਾਰਗੁਜ਼ਾਰੀ ਕੀ ਦਿਖਦੀ ਤੁਹਾਨੂੰ? ਦੇਖੋ ਜੀ ਇਹ ਵੀ ਹਾਲੇ ਕਲੀਅਰ ਨਹੀਂ ਕਹਿ ਸਕਦੇ ਵੀ ਉਹ ਚੋਰੀ ਹੋਈ ਵੀ ਕਿ ਨਹੀਂ ਹੋਈ। ਹਾਲੇ ਉਹਦੀ ਅਸੀਂ ਵੈਰੀਫਾਈ ਕਰ ਰਹੇ ਹਾਂ, ਪਰਚਾ ਦਰਜ ਕਰਕੇ ਪ੍ਰੋਪਰ ਉਹਦੀ ਤਫਤੀਸ਼ ਕਰਾਂਗੇ, ਉਹਦੇ ਫਿਰ ਪਤਾ ਲੱਗੂਗਾ। ਜ਼ਿਕਰਯੋਗ ਹੈ ਕਿ ਫਗਵਾੜਾ ਵਿਖੇ ਲੁਟੇਰਿਆਂ ਵੱਲੋਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਚੋਰਾਂ ਅਤੇ ਅਣਪਛਾਤੇ ਲੁਟੇਰਿਆਂ ਵੱਲੋਂ ਦੁਕਾਨਾਂ ਅਤੇ ਦਫ਼ਤਰਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ, ਪਰ ਪੁਲਿਸ ਕਾਰਵਾਈ ਕਰਨ ਦਾ ਮੌਕੇ ਤੇ ਪਹੁੰਚ ਜਾਂਦੀ ਹੈ, ਪਰ ਉਸ ਤੋਂ ਬਾਅਦ ਸਿਰਫ ਕਾਰਵਾਈ ਹੀ ਚੱਲਦੀ ਰਹਿੰਦੀ ਹੈ, ਕਿਸੇ ਆਰੋਪੀ ਨੂੰ ਕਾਬੂ ਨਹੀਂ ਕੀਤਾ ਜਾਂਦਾ। ਇਹ ਸਨ ਅੱਜ ਦੀ ਮੁਕਤਸਰ ਗਰਮੀ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਸਾਂਝ ਟੀਵੀ। ਧੰਨਵਾਦ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।